ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਚਰਚਾ ਕਰਾਂਗੇ ਇੱਕ ਅਜਿਹੇ ਮੁੱਦੇ ਤੇ ਜਿਸ ਬਾਰੇ ਬਹੁਤੀ ਚਰਚਾ ਸੋਸ਼ਲ ਮੀਡੀਆ ਵਿੱਚ ਨਹੀਂ ਹੋਈ, ਪਰ ਮੇਰੇ ਵਿਚਾਰ ਵਿੱਚ ਇਹ ਮੁੱਦਾ ਬਹੁਤ ਅਹਿਮ ਮੁੱਦਾ ਔਰ ਇਸ ਦੇ ਪਿੱਛੇ ਪੰਜਾਬ ਦਾ ਇਤਿਹਾਸ ਲੰਬੇ ਸਮੇਂ ਦਾ ਉਕਰਿਆ ਹੋਇਆ ਔਰ ਆਪਰੇਸ਼ਨ ਬਲੂ ਸਟਾਰ ਜੋ 1984 ਵਿੱਚ ਹੋਇਆ ਸੀ ਅਤੇ ਉਸ ਤੋਂ ਬਾਅਦ ਅਕਤੂਬਰ 1984 ਚ ਜੋ ਕੁਝ ਦਿੱਲੀ ਅਤੇ ਹੋਰ ਦੇਸ਼ ਦੇ ਹਿੱਸਿਆਂ ਵਿੱਚ ਸਿੱਖਾਂ ਦਾ ਜੋ ਕਤਲੇ-ਆਮ ਹੋਇਆ ਸੀ, ਉਹ ਇੱਕ ਬੜਾ ਦੁਖਮਈ ਇਤਿਹਾਸ ਹੈ ਅਤੇ ਉਸ ਇਤਿਹਾਸ ਨਾਲ ਸੰਬੰਧਿਤ ਪਰਿਵਾਰ ਦਾ ਇੱਕ ਤੀਸਰੀ ਪੀੜ੍ਹੀ ਦਾ ਜਿਹੜਾ ਨੌਜਵਾਨ ਨੇਤਾ ਰਾਹੁਲ ਗਾਂਧੀ ਗੋਲਡਨ ਟੈਂਪਲ ਵਿੱਚ 3 ਦਿਨ ਆਪਣੀਆਂ ਗਤੀਵਿਧੀਆਂ ਵਿੱਚ ਮਗਨ ਰਹਿੰਦਾ ਅਤੇ ਉਹ ਸਿੱਖ ਗੁਰਮਰਿਆਦਾ ਦੇ ਮੁਤਾਬਕ ਹਰ ਉਸ ਕਾਰਜ ਵਿੱਚ ਆਪਣਾ ਹਿੱਸਾ ਲੈਂਦਾ ਹੈ ਜੋ ਕਿ ਗੋਲਡਨ ਟੈਂਪਲ ਵਿੱਚ ਸਿੱਖ ਕਰਕੇ ਆਪਣੀ ਅਧਿਆਤਮਕ ਪ੍ਰਾਪਤੀ, ਆਪਣਾ ਜੋ ਉਹਨਾਂ ਦਾ ਅਧਿਆਤਮਕ ਉੱਚਤੀਆਂ ਹੱਦਾਂ ਨੂੰ ਛੂਹਣ ਵਾਲਾ ਕਾਰਜ ਮੰਨਦੇ। ਉਹ ਸਾਰੇ ਕਾਰਜ ਚੁੱਪ ਚੁਪੀਤੇ ਰਾਹੁਲ ਗਾਂਧੀ ਨੇ 3 ਦਿਨਾਂ ਵਿੱਚ ਨਿਰਭਉ ਤੇ ਨਿਰਵੈਰ ਹੋ ਕੇ ਬਿਤਾਏ, ਕਾਰਜ ਕੀਤੇ ਔਰ ਉਸਨੇ ਆਪਣੇ ਇਸ ਸਾਰੇ ਜੋ ਉਹਦੀ 3 ਦਿਨ ਦੀ ਗੋਲਡਨ ਟੈਂਪਲ ਦੇ ਅੰਦਰ ਸਮੇਂ ਜਿਹੜਾ ਉਹ ਸ਼ਰੀਕ ਹੋਇਆ, ਚਾਹੇ ਉਹ ਲੰਗਰ ਦੀ ਸੇਵਾ ਸੀ, ਚਾਹੇ ਉਹ ਇਸਤਰੀਆਂ 'ਚ ਬੈਠ ਕੇ ਲਸਣ ਕੱਟ ਰਿਹਾ ਸੀ, ਜਾਂ ਸ਼ਰਧਾ ਨਾਲ ਭਾਂਡੇ ਮਾਂਜ ਰਿਹਾ ਸੀ, ਧੋ ਰਿਹਾ ਸੀ, ਜਾਂ ਛਬੀਲ ਦੀ ਸੇਵਾ ਕਰ ਰਿਹਾ ਸੀ, ਜਾਂ ਫਿਰ ਉਹ ਜੋੜਾ ਘਰ ਵਿੱਚ ਜਾ ਕੇ ਜੋ ਉਸਨੇ ਜੋੜਿਆਂ ਦੀ ਸੇਵਾ ਕੀਤੀ। ਇਹ ਜੋ ਸਾਰਾ ਕੰਮ, ਇਹ ਜੋ ਸਾਰੀ ਉਹਦੀ ਸ਼ਰਧਾ ਸੀ, ਇਸ ਉੱਪਰ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਇੱਕ ਬੜਾ ਰਿਸਕ ਲੈ ਕੇ ਆਪਣੇ ਨਿੱਜੀ ਵਿਜ਼ਿਟ ਤੇ ਗੋਲਡਨ ਟੈਂਪਲ ਵਿੱਚ ਆਇਆ ਸੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਉਸ ਦੇ 3 ਦਿਨ ਲਗਾਤਾਰ ਰਹਿਣਾ, ਅੰਮ੍ਰਿਤਸਰ ਵਿੱਚ ਅਤੇ ਇੱਥੇ ਸੇਵਾ ਕਰਨੀ, ਇਹ ਉਸ ਦੀ ਇੱਕ ਬੜੀ ਬੇਖੌਫ ਜੁਰਤ ਵਾਲੀ ਗੱਲ ਸੀ। ਉਹ ਸਵੇਰੇ ਆ ਕੇ ਉਸਨੇ ਪਾਲਕੀ ਸਾਹਿਬ ਨੂੰ ਵੀ ਮੋਢਾ ਦਿੱਤਾ ਅਤੇ ਉਸਨੇ ਸਿੱਖ ਧਰਮ ਦੀਆਂ ਜੋ ਸਾਰੀਆਂ ਹੀ ਮਰਿਆਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਰੋਜ਼ ਹੁੰਦੀਆਂ ਹਨ, ਉਹਨਾਂ ਵਿੱਚ ਉਸਨੇ ਆਪਣਾ ਹਿੱਸਾ ਲਿਆ। ਉਸ ਦੀ ਰੂਹ ਨੂੰ ਜ਼ਰੂਰ ਕੁਛ ਨਾ ਕੁਛ ਮਹਿਸੂਸ ਹੋਇਆ ਹੋਵੇਗਾ ਕਿਉਂਕਿ ਉਸ ਨੂੰ ਇਹ ਪਤਾ ਹੈ ਕਿ ਉਸ ਦੀ ਦਾਦੀ ਨੂੰ ਸਿੱਖ ਨੌਜਵਾਨ ਉਸ ਦੇ ਆਪਣੇ ਹੀ ਜੋ ਗਨਮੈਨ ਸਨ, ਉਹਦੀ ਸਿਕਿਉਰਿਟੀ ਤੇ ਸਨ, ਉਹਨਾਂ ਨੇ ਉਸ ਦੀ ਹੱਤਿਆ ਕੀਤੀ ਔਰ ਉਸ ਨੂੰ ਇਹ ਵੀ ਪਤਾ ਸੀ ਕਿ ਅਕਾਲ ਤਖਤ ਸਾਹਿਬ ਫੌਜ ਦੇ ਹਮਲੇ ਨਾਲ, ਜੋ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ਕੋਈ 200 ਤੋਂ ਵੱਧ ਜੋ ਉਹਨਾਂ ਦੇ ਟੋਲੇ ਵਿੱਚ ਸਨ, ਉਹਨਾਂ ਦਾ ਜੋ ਗੋਲਡਨ ਟੈਂਪਲ ਵਿੱਚੋਂ ਉਹਨਾਂ ਨੂੰ ਕੱਢਣਾ ਸੀ, ਉਹਨਾਂ ਦਾ ਸਫਾਇਆ ਕਰਨਾ ਸੀ, ਉਹ ਫੌਜ ਨੇ ਕੀਤਾ। ਫੌਜ ਦਾ ਵੀ ਨੁਕਸਾਨ ਹੋਇਆ ਅਤੇ ਸਿੱਖ ਕੌਮ ਦਾ, ਸਿੱਖ ਸ਼ਰਧਾਲੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਕਾਲ ਤਖਤ ਸਾਹਿਬ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਬੁਰੀ ਤਰ੍ਹਾਂ ਡੈਮੇਜ ਹੋ ਗਿਆ। ਤੁਸੀਂ ਕੀ ਸੋਚਦੇ ਹੋ ਜਦੋਂ ਰਾਹੁਲ ਗਾਂਧੀ ਅਕਾਲ ਤਖਤ ਦੇ ਸਾਹਮਣੇ ਖੜਾ ਹੋ ਕੇ ਅਕਾਲ ਤਖਤ ਵੱਲ ਦੇਖ ਰਿਹਾ ਸੀ ਤਾਂ ਉਹ ਕੀ ਸੋਚ ਰਿਹਾ ਸੀ? ਮੈਂ ਇਹ ਮਹਿਸੂਸ ਕਰਦਾ, ਇਹ ਯਾਤਰਾ ਉਸ ਦੀ
ਜ਼ਿੰਦਗੀ ਦੀ ਸਭ ਤੋਂ ਯਾਦਗਾਰੀ ਯਾਤਰਾ ਹੈ। ਉਸ ਤੇ ਅਕਾਲ ਤਖਤ ਅੱਗੇ ਖੜੇ ਹੋ ਕੇ ਅਕਾਲ ਤਖਤ ਵੱਲ ਦੇਖਣਾ, ਜੋ ਸਿੱਖ ਕੌਮ ਨੇ ਮੁੜ ਸਿਰਜਿਆ ਸੀ, ਇਹ ਢਹਿ ਢੇਰੀ ਹੋ ਗਿਆ ਸੀ। ਇਹ ਸਾਰਾ ਕੁਝ ਉਸ ਨੇ ਉੱਥੇ ਖੜ ਕੇ ਚਿਤਰਿਆ ਹੋਊਗਾ। ਸਾਰੀ ਬੈਕ ਫਿਲਮ ਉਹਦੇ ਅੰਦਰ ਘੁੰਮੀ ਹੋਏਗੀ ਅਤੇ ਉਹ ਆਪਣੀ ਦਾਦੀ ਦੇ ਮਰਨ ਤੱਕ, ਉਹਦੇ ਕਤਲ ਤੇ ਉਸ ਤੋਂ ਬਾਅਦ ਦੀਆਂ ਸਾਰੀਆਂ ਕਿਰਿਆਵਾਂ ਵੀ ਉਹਦੇ ਮਨ ਵਿੱਚ ਇੱਕ ਫਿਲਮ ਦੇ ਰੂਪ ਵਿੱਚ ਘੁੰਮੀਆਂ ਹੋਣਗੀਆਂ। ਮੈਂ ਇਸ ਨੂੰ ਉਸ ਦੀ ਚਮਤਕਾਰੀ ਵਿਜ਼ਿਟ ਸਮਝਦਾ। ਆਇਆ ਤਾਂ ਉਹ ਕੁਝ ਮਹੀਨੇ ਪਹਿਲੇ ਵੀ ਸੀ, ਜਦੋਂ ਉਹ ਕੰਨਿਆ ਕੁਮਾਰੀ ਤੋਂ ਸ੍ਰੀਨਗਰ ਤੱਕ ਆਪਣੀ ਭਾਰਤ ਜੋੜੋ ਯਾਤਰਾ ਕਰ ਰਿਹਾ ਸੀ। ਉਦੋਂ ਵੀ ਉਹ ਗੁਰੂ ਸਾਹਿਬ ਕੋਲ, ਯਾਨੀ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਆ ਕੇ ਆਪਣਾ ਮੱਥਾ ਟੇਕ ਕੇ ਗਿਆ ਸੀ। ਹੁਣ ਤਾਂ ਉਸਨੇ ਸਾਰੇ ਪਿਛਲੇ ਧੋਣੇ ਧੋ ਦਿੱਤੇ ਆਪਣੇ ਪਰਿਵਾਰ ਦੇ, ਆਪਣੀ ਦਾਦੀ ਦੇ, ਔਰ ਉਸਨੇ ਇੱਕ ਚੁੱਪਚਾਪ ਸਿੱਖ ਕੌਮ ਨਾਲ ਸੰਵਾਦ ਰਚਾਇਆ। ਸਿੱਖ ਕੌਮ ਨੇ ਵੀ, ਸ਼ਰਧਾਲੂਆਂ ਨੇ ਜਿਹੜੇ ਉਸ ਦੀਆਂ ਵੱਖ-ਵੱਖ ਸਮੇਂ ਦੀਆਂ ਜੋ ਅੰਦਰ ਗਤੀਵਿਧੀਆਂ ਸਨ, ਚਾਹੇ ਉਹ ਜੋੜਾ ਘਰ 'ਚ ਸੇਵਾ ਕਰ ਰਿਹਾ ਸੀ, ਚਾਹੇ ਸ਼ਬੀਲ 'ਚ ਕਰ ਰਿਹਾ ਸੀ, ਚਾਹੇ ਲੰਗਰ ਵਿੱਚ ਉਹ ਸਬਜ਼ੀਆਂ ਦੀ ਕੱਟ ਰਿਹਾ ਸੀ, ਜਾਂ ਲੰਗਰ ਵਿੱਚ ਜਦੋਂ ਉਹ ਇੱਕ ਵਰਤਾਵੇ ਦੇ ਰੂਪ ਵਿੱਚ ਲੰਗਰ ਵਰਤਾ ਰਿਹਾ ਸੀ, ਉਸ ਨੂੰ ਸਾਰਾ ਕੁਝ ਪਤਾ ਸੀ ਕਿ ਉਸ ਦੀ ਦਾਦੀ ਨੇ ਕੀ ਕੀਤਾ। ਉਹਨੇ ਸਿੱਖ ਕੌਮ ਨਾਲ ਇੱਕ ਨਵਾਂ ਚੈਪਟਰ ਕ੍ਰੀਏਟ ਕੀਤਾ। ਉਸਨੇ ਇੱਕ ਨਵਾਂ ਸੰਵਾਦ ਰਚਾਇਆ, ਜਿਸ ਦਾ ਕਿ ਸਿੱਖਾਂ ਨੇ ਬੜੀ ਸ਼ਾਂਤਪੂਰਵਕ ਰਹਿ ਕੇ ਉਸ ਸੰਵਾਦ ਨਾਲ ਸ਼ਾਂਤਪੂਰਵਕ ਸੰਵਾਦ ਰਚਾਇਆ। ਕਿਸੇ ਨੇ ਉਸ ਨੂੰ ਧਮਕੀ ਨਹੀਂ ਦਿੱਤੀ, ਉਸਨੇ ਕੋਈ ਕਿੱਥੋਂ ਸਰੋਪਾ ਨਹੀਂ ਲਿਆ। ਉਹ ਸਿੱਧਾ ਦਰਬਾਰ ਸਾਹਿਬ ਉਸਨੇ ਆਪਣੀ ਸ਼ਰਧਾ ਭੇਟ ਕੀਤੀ ਤੇ ਉਸ ਤੋਂ ਬਾਅਦ ਜੋ ਉਹ ਸਿੱਖ ਕੌਮ ਦੀ ਮਰਿਆਦਾ ਦਾ ਹਿੱਸਾ ਬਣ ਕੇ ਹੀ ਗੋਲਡਨ ਟੈਂਪਲ 'ਚ 3 ਦਿਨ ਰਿਹਾ। ਜੇਕਰ ਕਿਸੇ ਸਿੱਖ ਨੂੰ ਇਸ ਤਰ੍ਹਾਂ ਦੀਆਂ ਸੇਵਾ ਕਰਕੇ ਕੁਝ ਅਧਿਆਤਮਕ ਸਪਿਰਚੁਅਲ ਸਕੂਨ ਮਿਲਦਾ ਹੈ, ਜਾਂ ਉਸ ਨੂੰ ਜੋ ਸਿੱਖ ਹੋਣ ਦੇ ਨਾਤੇ ਜਦੋਂ ਉਹ ਇਹ ਸੇਵਾ ਕਰਦਾ ਹੈ ਤੇ ਆਨੰਦਮਈ ਅਵਸਥਾ ਵਿੱਚ ਉਸ ਦੀ ਬਿਰਤੀ ਗੁਰੂ ਘਰ ਨਾਲ ਜੋੜਦੀ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਿੱਥੇ ਸੰਵਾਦ ਕਰਨ ਲਈ ਰਸਤਾ ਦਿਖਾਇਆ ਹੈ, ਤੇ ਦੁਨੀਆ ਨੂੰ ਵੀ ਸੰਵਾਦ ਕਰਨ ਦਾ ਜਿਹੜਾ ਸੰਕਲਪ ਹੈ, ਉਹ ਸਾਡੇ ਪਹਿਲੇ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਦਿੱਤਾ ਹੈ। ਅਤੇ ਨਾਲ ਹੀ ਉਹਨਾਂ ਨੇ ਇਹ ਲੰਗਰ ਦੀ ਪ੍ਰਥਾ ਵੀ ਚਲਾਈ ਹੈ, ਜਿਸ ਵਿੱਚ ਕਿ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਵਿੱਚੋਂ ਕੋਈ ਪਹਿਲਾ ਬੱਚਾ ਇਸ ਵਿੱਚ ਸ਼ਰੀਕ ਹੋਇਆ। ਸੋ ਇਹ ਜੋ ਘਟਨਾ 39 ਸਾਲ ਪਹਿਲੇ ਵਾਪਰੀ 1984 ਵਿੱਚ ਜੂਨ ਵਿੱਚ ਹੋਇਆ, ਆਪਰੇਸ਼ਨ ਬੂਲ ਸਟਾਰ, ਅਕਤੂਬਰ ਵਿੱਚ ਉਸ ਦੀ ਦਾਦੀ ਨੂੰ ਉਸ ਦੇ ਸਿੱਖ ਅੰਗਰਖਾਂ ਨੇ ਮਾਰ ਦਿੱਤਾ, ਗੋਲੀਆਂ ਦੀ ਉਛਾੜ ਕਰ ਦਿੱਤੀ। ਇਹ ਕਿਹਾ ਜਾਂਦਾ ਹੈ, ਕਿਉਂਕਿ ਇਨਕੁਆਇਰੀ ਨਹੀਂ ਹੋਈ, ਇਸ ਲਈ ਮੈਂ ਇਹ ਕਹਿ ਰਿਹਾ ਕਿ ਇਹ ਸਾਨੂੰ ਦੱਸਿਆ ਗਿਆ ਕਿ ਉਹਨਾਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਇਹ ਜੋ ਸ਼ਕਤੀ ਉਸ ਦੇ ਅੰਦਰ ਕਿੱਥੋਂ ਆਈ ਕਿ ਉਹ ਨਿਰਭਉ ਹੋ ਕੇ, ਨਿਰਵੈਰ ਹੋ ਕੇ ਸੱਚਖੰਡ ਸ੍ਰੀ ਅੰਮ੍ਰਿਤਸਰ ਵਿੱਚ 3 ਦਿਨ ਲਗਾ ਕੇ ਗਿਆ। ਉਸ ਦੀਆਂ ਇਹ ਜੋ ਸੰਵਾਦ ਰਚਾਇਆ ਉਸਨੇ, ਅਤੇ ਇਸ ਸੰਵਾਦ ਦੇ ਦੂਰਗਾਮੀ ਸਿੱਟੇ ਨਿਕਲਣਗੇ। ਮੈਂ ਉਸ ਦੀ ਇਸ ਵਿਜ਼ਿਟ ਨੂੰ ਸਿਆਸੀ ਵਿਜ਼ਿਟ ਨਹੀਂ ਮੰਨਦਾ। ਉਸ ਨੇ ਜੋ ਰੁਮਾਲਾ ਸਿਰ ਤੇ ਬੰਨ੍ਹਿਆ ਪਟਕਾ, ਉਹ ਉਸਨੇ ਦਰਬਾਰ ਸਾਹਿਬ ਦੇ ਬਾਹਰ ਪਏ ਹੋਏ ਪਟਕਿਆਂ ਚੋਂ ਇੱਕ ਪਟਕਾ ਚੁਣ ਕੇ ਆਪਣੇ ਸਿਰ ਤੇ ਬੰਨ੍ਹਿਆ
ਅਤੇ ਗੁਰੂ ਘਰ ਦੀ ਜੋ ਮਰਿਆਦਾ ਉਹਨੂੰ ਕਬੂਲ ਕਰਦੇ ਹੋਏ ਸੰਗਤਾਂ ਵਿੱਚ ਸ਼ਾਮਲ ਹੋ ਗਿਆ। ਉਸ ਦੇ ਨਾਲ ਕੋਈ ਬਹੁਤ ਜ਼ਿਆਦਾ ਵਿਅਕਤੀ ਨਹੀਂ ਸਨ, ਕਿਉਂਕਿ ਕਾਂਗਰਸ ਦਾ ਇਹ ਫੈਸਲਾ ਹੋਣਾ ਹੈ ਜਾਂ ਉਸ ਦਾ ਫੈਸਲਾ ਹੋਣਾ ਹੈ ਕਿ ਉਹ ਇਹ ਜੋ ਗੁਰੂ ਘਰ ਦੀ ਯਾਤਰਾ ਹੈ ਇਹ ਉਸ ਦੀ ਸ਼ਰਧਾ ਵਾਲੀ ਯਾਤਰਾ ਹੈ, ਤਾਂ ਉਹ ਆਪਣੀ ਇਕੱਲੇ ਇਕਾਂਤ ਵਿੱਚ ਕਰੇਗਾ। ਉਹਦੇ ਨਾਲ ਪ੍ਰਤਿਸ਼ਠਾ ਸੂਦ ਜੋ ਵੂਮਨ ਸੈੱਲ ਦੀ ਮੁਖੀ ਹੈ ਉਹ ਸੀਗੀ। ਉਹਦੇ ਨਾਲ ਸਰਬਜੋਤ ਸਿੰਘ ਬਹਿਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜੋ ਲਾ ਦੇ ਜੋ ਡੀਨ ਹਨ ਉਹ ਸਨ। ਉਹਦੇ ਨਾਲ ਗੁਰਜੀਤ ਸਿੰਘ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ ਉਹ ਸਨ ਅਤੇ ਉਹਨਾਂ ਨਾਲ ਭਗਵੰਤ ਪਾਲ ਸੱਚਰ ਸਨ। ਸੋ ਬੜੇ ਛੋਟੇ ਜਿਹੇ ਗਰੁੱਪ ਨਾਲ ਉਹ ਹਰਿਮੰਦਰ ਸਾਹਿਬ 'ਚ ਦਾਖਲ ਹੋਇਆ। ਉਹਦੇ ਨਾਲ ਉਹਦੀ ਸਿਕਿਉਰਿਟੀ ਵੀ ਹੋਏਗੀ, ਉਹ ਜ਼ਰੂਰੀ ਵੀ ਸੀ, ਪਰ ਦਾਤ ਦੇਣੀ ਪਏਗੀ ਸਿੱਖ ਕੌਮ ਦੀ ਕਿ ਕਿਸੇ ਨੇ ਵੀ ਉਹਦੇ ਤੇ ਉਂਗਲ ਨਹੀਂ ਉਠਾਈ, ਕੋਈ ਕਿੰਤੂ ਪਰੰਤੂ ਨਹੀਂ ਕੀਤਾ ਔਰ ਉਸ ਨੂੰ ਇੱਕ ਸਧਾਰਨ ਯਾਤਰੂ ਦੀ ਤਰ੍ਹਾਂ ਕਬੂਲ ਕੀਤਾ। ਔਰ ਉਸ ਨੂੰ ਇੱਥੋਂ ਤੱਕ ਅਹਿਮੀਅਤ ਪਤਾ ਸੀ ਕਿ ਸਵੇਰ ਦੇ ਟਾਈਮ ਜੋ ਪਾਲਕੀ ਸਾਹਿਬ ਵਿੱਚ ਗੁਰੂ ਮਹਾਰਾਜ ਦੀ ਭੀੜ ਜੋ ਹੈ ਉਸ ਨੂੰ ਪ੍ਰਕਾਸ਼ ਲਈ ਲਿਜਾਇਆ ਜਾਂਦਾ ਹੈ, ਤਾਂ ਉਸ ਵਿੱਚ ਵੀ ਉਸ ਨੇ ਹਿੱਸਾ ਲਿਆ ਅਤੇ ਕੁਝ ਦੇਰ ਆਪਣੇ ਮੋਢੇ ਤੇ ਪਾਲਕੀ ਵੀ ਰੱਖੀ। ਮੈਂ ਇਹ ਸਮਝਦਾ ਕਿ ਇਹ ਜਿਹੜੀ ਉਹਦੀ 3 ਦਿਨਾਂ ਦੀ ਸੱਚਖੰਡ ਵਿਖੇ ਉਹਦੀ ਯਾਤਰਾ ਹੈ ਉਸ ਨੂੰ ਸਿੱਖ ਕੌਮ ਨੇ ਬਿਲਕੁਲ ਉਸ ਪਰਿਵਾਰ ਨੂੰ ਮਾਫ ਕਰ ਦਿੱਤਾ ਹੈ। ਔਰ ਇਹ ਜੋ ਹੀਲਿੰਗ ਟੱਚ ਜਿਹਨੂੰ ਕਿਹਾ ਜਾਂਦਾ ਹੈ, ਇਹ ਟੱਚ ਵੀ ਰਾਹੁਲ ਗਾਂਧੀ ਨੇ ਸਿੱਖਾਂ ਦੀਆਂ ਦੁੱਖ ਦੀਆਂ ਭਾਵਨਾਵਾਂ ਨੂੰ, ਮੈਂ ਇਹਨੂੰ ਮਲਮ ਲਾਉਣ ਦਾ ਤੇ ਨਹੀਂ ਕਹਿੰਦਾ ਕਿਉਂਕਿ ਇਹ ਮਲਮ ਲਾਉਣ ਤੋਂ ਉੱਪਰ ਦੀ ਗੱਲ ਹੈ, ਉਸਨੇ ਆਪਣਾ ਸਾਰੀਆਂ ਜੋ ਅੰਦਰ ਗੁਰਮਰਿਆਦਾ ਸਵੇਰ ਤੋਂ ਰਾਤ ਦੇ ਜਦੋਂ ਭੋਗ ਪੈ ਜਾਂਦਾ ਹੈ ਅਤੇ ਬਾਬਾ ਜੀ ਦੀ ਭੀੜ ਨੂੰ ਉੱਥੋਂ ਕੋਠਾ ਸਾਹਿਬ ਲਿਜਾਇਆ ਜਾਂਦਾ ਹੈ, ਤਾਂ ਉਹਨਾਂ ਵਿੱਚ ਸ਼ਾਮਲ ਹੋ ਕੇ ਉਸਨੇ ਇੱਕ ਨਵਾਂ ਇਤਿਹਾਸ ਰਚਿਆ। ਸਿੱਖ ਕੌਮ ਨੇ ਵੀ ਇਤਿਹਾਸ ਰਚਿਆ ਨਾਲੋਂ ਨਾਲ, ਕਿਉਂਕਿ ਉਹਨਾਂ ਨੇ ਵੀ ਉਸ ਨੂੰ ਉਸੇ ਤਰ੍ਹਾਂ ਹੀ ਲਿਆ ਜਿਸ ਸ਼ਰਧਾ ਭਾਵਨਾ ਨਾਲ ਉਹ ਸੱਚਖੰਡ ਸ੍ਰੀ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕੀਤਾ ਸੀ। ਇਹ ਕੋਈ ਛੋਟੀ ਜਿਹੀ ਘਟਨਾ ਨਹੀਂ, ਚਾਹੇ ਮੀਡੀਆ ਨੇ ਇਸ ਨੂੰ ਇੱਕ ਸਧਾਰਨ ਉਸ ਦੀ ਵਿਜ਼ਿਟ ਦੇ ਰੂਪ ਵਿੱਚ ਲਿਆ, ਪਰ ਮੇਰੇ ਖਿਆਲ ਵਿੱਚ ਇਹ ਸਧਾਰਨ ਵਿਜ਼ਿਟ ਨਹੀਂ ਸੀ, ਕਿਉਂਕਿ ਸਿੱਖਾਂ ਵਿੱਚ ਵਿਸ਼ਵ ਪੱਧਰ ਤੇ ਹਲੇ ਵੀ ਬੜੀ ਕੁੜੱਤਣ ਹੈ ਇਸ ਪਰਿਵਾਰ ਬਾਰੇ। ਜਿਵੇਂ ਕਿ ਹੁਣੇ ਘਟਨਾ ਵਾਪਰੀ ਹੈ ਸਕਾਟਲੈਂਡ ਗਲਾਸਕੋ ਦੇ ਗੁਰਦੁਆਰੇ 'ਚ, ਜਦੋਂ ਭਾਰਤ ਦੇ ਹਾਈ ਕਮਿਸ਼ਨਰ ਜੋ ਯੂਕੇ ਵਿੱਚ ਹਨ ਵਿਕਰਮ ਡੋਰਾਏ ਸਵਾਮੀ, ਜਦੋਂ ਉਹ ਗੁਰਦੁਆਰੇ ਵਿੱਚ ਗਏ ਜਿੱਥੇ ਕਿ ਉਹਨਾਂ ਨੂੰ ਸੱਦਾ ਸੀਗਾ ਉੱਥੋਂ ਦੇ ਸੀਨੀਅਰ ਸਿਟੀਜ਼ਨਾਂ ਵੱਲੋਂ, ਉਸ ਨੂੰ ਗੁਰਦੁਆਰੇ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ ਗਿਆ ਅਤੇ ਉਸ ਦੇ ਕਾਰ ਨਾਲ ਛੇੜਛਾੜ ਵੀ ਕੀਤੀ ਗਈ, ਤਾਂ ਉਹਨਾਂ ਨੂੰ ਵਾਪਸ ਆਉਣਾ ਪਿਆ। ਸੋ ਮੇਰੀ ਵਿਸ਼ਵ ਪੱਧਰ ਤੇ ਜਿੰਨੇ ਵੀ ਸਿੱਖ ਹਨ, ਅਤੇ ਮੈਂ ਇਹ ਵੀ ਸੋਚਦਾ ਹਾਂ ਕਿ ਗੁਰਦੁਆਰੇ ਵਾਲਿਆਂ ਨੂੰ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਦੇਸ਼ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਰੰਗ ਦਾ ਹੋਵੇ, ਜਦੋਂ ਉਹ ਗੁਰਦੁਆਰੇ ਅੰਦਰ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਮੱਥਾ ਟੇਕਣਾ ਚਾਹੁੰਦਾ ਹੈ, ਉਸ ਦੀ ਕੋਈ ਵੀ ਭਾਵਨਾ ਹੋਵੇ, ਉਸ ਨੂੰ ਅੰਦਰ ਆਉਣ ਤੋਂ ਰੋਕਣਾ ਨਹੀਂ ਚਾਹੀਦਾ। ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ
ਕਿ ਅਸੀਂ ਜਦੋਂ ਜਾ ਕੇ ਗੁਰੂ ਘਰ 'ਚ ਅਰਦਾਸ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਆਪਣੇ ਪਾਪ ਵੀ ਨਜ਼ਰ ਆਉਂਦੇ, ਔਰ ਅਸੀਂ ਕਈ ਵਾਰੀ ਇਹ ਦੇਖਦੇ ਹਾਂ ਪਾਪੀ ਤੋਂ ਪਾਪੀ ਲੋਕ, ਲੁਟੇਰੇ ਲੋਕ, ਜਿਵੇਂ ਸਿਆਸਤਦਾਨ ਤੇ ਮੈਜੋਰਿਟੀ ਲੁਟੇਰੇ ਹੀ ਹੁੰਦੇ, ਉਹ ਵੀ ਜਾ ਕੇ ਅੰਦਰ ਅਰਦਾਸਾਂ ਕਰਦੇ, ਚੋਰ ਕਾਤਲ। ਤੋ ਇਹ ਜਿਹੜੀ ਗੁਰੂ ਘਰ ਹੈ ਇਹ ਸਾਰੀ ਮਨੁੱਖਤਾ ਦਾ ਸਾਂਝਾ, ਇਹਦੇ ਉੱਤੇ ਜਿਹੜੇ ਲੋਕ ਆਪਣੀ ਮਲਕੀਅਤ ਸਮਝ ਕੇ ਗੁਰਦੁਆਰਿਆਂ 'ਚ ਲੋਕਾਂ ਨੂੰ ਵੜਨ ਨਹੀਂ ਦੇਣੇ ਚਾਹੁੰਦੇ, ਉਹ ਸਿੱਖੀ ਦੀਆਂ ਪਰੰਪਰਾਵਾਂ ਦੇ, ਸਿੱਖਾਂ ਦੀ ਜੋ ਮਰਿਆਦਾ ਉਸ ਦੇ ਵਿਰੁੱਧ ਖੜਦੇ ਹਨ। ਤੇ ਸਭ ਤੋਂ ਜ਼ਿਆਦਾ ਉਹ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਜੋ ਦਿੱਤਾ ਹੋਇਆ ਸੰਵਾਦ ਰਚਾਉਣ ਦਾ ਸੰਕਲਪ, ਯਾਨੀ ਕਿ ਗੁਰੂ ਸਾਹਿਬ ਸਿੱਧਾਂ ਨਾਲ ਗੋਸ਼ਟੀ ਕਰਨਗੇ ਕਿੱਥੇ, ਨੇਪਾਲ ਦੇ ਬਾਰਡਰ ਤੇ। ਇਹ ਦੱਸਿਆ ਜਾਂਦਾ ਹੈ ਬੰਗਲਾਦੇਸ਼ ਵਿੱਚ ਵੀ ਗਏ ਗੁਰੂ ਸਾਹਿਬ, ਮੱਕੇ ਮਦੀਨੇ ਵੀ, ਮੱਕੇ ਮਦੀਨੇ ਹਲੇ ਤੱਕ ਸਿਰਫ 2 ਨਾਨ ਸਿੱਖ ਮੁਸਲਿਮ ਗਏ ਨੇ, ਉਹਨਾਂ 'ਚੋਂ ਇੱਕ ਗੁਰੂ ਨਾਨਕ ਦੇਵ ਜੀ ਤੇ ਇੱਕ ਕੋਈ ਯਹੂਦੀ ਨੂੰ ਜਾਣ ਦਾ ਜੋ ਹੈ ਮਾਣ ਪ੍ਰਾਪਤ ਹੋਇਆ। ਉੱਥੇ ਮੁਸਲਮਾਨ ਤੋਂ ਸਿਵਾ ਕਿਸੇ ਨੂੰ ਨਹੀਂ ਜਾਣ ਦਿੱਤਾ ਜਾਂਦਾ। ਸੋ ਸਾਨੂੰ ਗੁਰੂ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਸੇਧਾਂ ਪਰੰਪਰਾਵਾਂ ਦਾ ਮਾਣ ਕਰਨਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਗੁਰੂ ਘਰ ਜਾਣ ਤੋਂ ਰੋਕਣਾ ਨਹੀਂ ਚਾਹੀਦਾ। ਗੁਰਦੁਆਰੇ ਵਿੱਚ ਜੋ ਆਇਆ ਹੈ, ਚਾਹੇ ਉਹ ਕਿੱਡਾ ਵੱਡਾ ਅਫੀਸ਼ਲ ਹੋਵੇ, ਉਸ ਨੂੰ ਸਟੇਜ ਤੋਂ ਬੋਲ ਕੇ ਉਹਦੇ ਨਾਲ ਸੰਵਾਦ ਕਰਨਾ ਚਾਹੀਦਾ। ਉਹ ਜੋ ਗੱਲ ਕਹਿਣ ਆਇਆ ਉਹਦੀ ਸੁਣਨੀ ਚਾਹੀਦੀ ਹੈ। ਤੇ ਦੂਸਰੇ ਬੁਲਾਰੇ ਜਿਹੜੇ ਹੋਣ ਮੈਨੇਜਮੈਂਟ ਦੇ ਜਾਂ ਉੱਥੇ ਹੋਰ ਵੀ ਜੋ ਸਿਰ ਕੱਢ ਸਿੱਖ ਹੋਣ ਗੁਰਦੁਆਰੇ 'ਚ ਉਸ ਸਮੇਂ, ਉਹ ਆਪਣਾ ਗੋਸ਼ਟੀ ਕਰਨ, ਉਹ ਆਪਣਾ ਸੰਵਾਦ ਰਚਾਉਣ ਉਸ ਅਫੀਸ਼ਲ ਨਾਲ। 2017 ਵਿੱਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਜਦੋਂ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਆਫ ਇੰਡੀਆ ਗਏ ਤਾਂ ਉਹਨਾਂ ਨੂੰ ਗੁਰਦੁਆਰੇ ਵਿੱਚ ਨਹੀਂ ਐਂਟਰ ਕਰ ਦਿੱਤਾ। ਉਹ ਕੰਪਾਊਂਡ ਵਿੱਚ ਬੜੇ ਲੰਬੇ ਸਮੇਂ ਉਹਨਾਂ ਨਾਲ ਬਹਿਸ ਕਰਦੇ ਰਹੇ ਅਤੇ ਜਿਨ੍ਹਾਂ ਨੇ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨੇ ਵੀ ਉਹਨਾਂ ਨਾਲ ਬੜੀ ਲੰਬੀ ਬਹਿਸ ਕੀਤੀ, ਜਿਹੜੇ ਰੋਕ ਰਹੇ ਸੀ, ਪਰ ਕਾਮਯਾਬੀ ਨਹੀਂ ਮਿਲੀ। ਸੋ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਉਮੀਦ ਕਰਦਾ ਕਿ ਇਹ ਜੋ ਅੱਜ ਦੀ ਚਰਚਾ ਹੈ ਇਹਦੇ ਵਿੱਚ ਜੋ ਸੰਵਾਦ ਮੈਂ ਰਚਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਸੰਵਾਦ ਤੁਹਾਨੂੰ ਪਸੰਦ ਆਏਗਾ। ਇਸ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਸੰਬੰਧੀਆਂ ਨਾਲ, ਮਿੱਤਰਾਂ ਨਾਲ ਅਤੇ ਹੋਰ ਜਿਨ੍ਹਾਂ ਨਾਲ ਤੁਸੀਂ ਇਸ ਨੂੰ ਸ਼ੇਅਰ ਕਰੋ, ਸਾਂਝਾ ਕਰੋ, ਤਾਂ ਜੇ ਸਿੱਖ ਕੌਮ ਦੀਆਂ ਜੋ ਮਹਾਨ ਪਰੰਪਰਾਵਾਂ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਉਹਨਾਂ ਬਾਰੇ ਸਭ ਨੂੰ ਪਤਾ ਲੱਗ ਸਕੇ। ਧੰਨਵਾਦ। ਸਤਿ ਸ੍ਰੀ ਅਕਾਲ।